ਸਟਾਰਟਿੰਗ ਆਪੇ ਕਰ ਲਾਂਗੇ ਬਾਅਦ ਵਿੱਚ। ਵਰਲਡ ਸਿੱਖ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਜਿਵੇਂ ਕਿ ਅਸੀਂ ਆਪ ਜੀ ਸਾਹਮਣੇ ਹਰ ਥੋੜ੍ਹੇ ਸਮੇਂ ਬਾਅਦ ਕੋਈ ਨਾ ਕੋਈ ਅਪਡੇਟ ਲੈ ਕੇ ਆ ਰਹੇ ਹਾਂ। ਪਿਛਲੇ ਦਿਨੀ ਜਿਵੇਂ ਅਸੀਂ ਲੈ ਕੇ ਆਏ ਸੀਗੇ ਕਿ ਕਿਸਾਨ ਅੰਦੋਲਨ ਕਿਵੇਂ ਚੱਲ ਰਿਹਾ, ਜੋ ਅੱਜ ਵੀ ਮੌਜੂਦਾ ਹਾਲਾਤਾਂ 'ਚ ਚੱਲ ਰਿਹਾ। ਤੇ ਇੱਕ ਹੋਰ ਅਸੀਂ ਆਪ ਜੀ ਦੇ ਸਾਹਮਣੇ ਲੈ ਕੇ ਆਏ ਹਾਂ। ਇੱਕ ਹੈਗੇ ਨੇ ਸਾਡੇ ਨਾਲ ਵੀਰ ਜੀ, ਜੋ ਸਿੱਖ ਇਤਿਹਾਸ ਉੱਤੇ, ਸਿੱਖ ਹਿਸਟਰੀ ਨੂੰ ਇੱਕ ਬੜੇ ਚੰਗੇ ਲਫ਼ਜ਼ਾਂ 'ਚ ਪਰੋ ਕੇ ਤੇ ਜਨਤਾ ਦੇ ਸਾਹਮਣੇ ਲਿਆ ਰਹੇ ਨੇ। ਔਰ ਇਹਨਾਂ ਦੀ ਸਭ ਤੋਂ ਖਾਸੀਅਤ ਕੀ ਹੈ ਕਿ ਹਿੰਦੀ ਵਿੱਚ ਲੈ ਕੇ ਆ ਰਹੇ ਨੇ, ਕਿਉਂਕਿ ਸਿੱਖ ਇਤਿਹਾਸ ਸਿੱਖਾਂ ਨੂੰ ਤਾਂ ਫਿਰ ਵੀ ਪਤਾ ਹੈ, ਲੇਕਿਨ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਆਓ ਅਸੀਂ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਤੇ ਉਹਨਾਂ ਤੋਂ ਹੀ ਪੁੱਛਦੇ ਹਾਂ ਕਿ ਉਹਨਾਂ ਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਔਰ ਇਹ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਿਲ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ। ਵੀਰ ਜੀ ਪਹਿਲੇ ਆਪਣਾ ਨਾਮ ਦੱਸੋ ਔਰ ਉਸ ਤੋਂ ਬਾਅਦ ਆਪਣੀ ਜਿਹੜੀ ਇਹ ਤੁਸੀਂ ਬੁੱਕ ਲਿਖੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜੀ, ਤੇ ਦਿੱਲੀ 'ਚ ਰਹਿੰਦੇ ਹਾਂ ਜੀ ਅਸੀਂ। ਵੀਰ ਜੀ ਆਪ ਜੀ ਦੀ ਜਿਹੜੀ ਕਿਤਾਬ ਹੈ, ਪਹਿਲੇ ਤਾਂ ਥੋੜੀ ਸਾਡੇ ਦਰਸ਼ਕਾਂ ਨੂੰ ਇਹ ਕਿਤਾਬ ਦਿਖਾਓ ਸਕਰੀਨ ਸਾਹਮਣੇ ਕਰਕੇ, ਸਿੱਖ ਇਤਿਹਾਸ ਕੇ ਚਮਕਤੇ ਸਿਤਾਰੇ। ਤੇ ਇਹ ਜਿਹੜੀ ਜਗਦੀਸ਼ ਸਿੰਘ ਵੀਰ ਜੀ ਨੇ ਲਿਖੀ ਔਰ ਹਿੰਦੀ ਵਿੱਚ ਹੈ। ਵੀਰ ਜੀ ਇਹਦੇ ਬਾਰੇ ਦੱਸੋ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਹਿੰਦੀ 'ਚ ਲਿਖਣ ਦੀ ਪ੍ਰੇਰਣਾ ਕਿੱਥੋਂ ਔਰ ਕਿਵੇਂ ਮਿਲੀ? ਮੈਨੂੰ ਇਹ ਪ੍ਰੇਰਣਾ ਮਿਲੀ ਹੈਗੀ ਹੈ ਕਿ ਮੈਂ ਜਦੋਂ ਦੇਖਿਆ, ਐਕਚੁਅਲੀ ਮੈਂ ਮਦਰਾਸ ਵਿੱਚ ਮੇਰਾ ਜਨਮ ਹੋਇਆ ਹੈ ਜੀ, ਤੇ ਅਸਾਮ ਔਰ ਕਲਕੱਤੇ 'ਚ ਮੇਰੀ ਐਜੂਕੇਸ਼ਨ ਹੋਈ ਹੈ। ਤੇ ਮੈਂ ਦੇਖਿਆ ਕਿ ਜਿੰਨਾ ਸਮੁੰਦਰ ਸਾਡੇ ਸਿੱਖ ਇਤਿਹਾਸ ਵਿੱਚ ਹੈ ਉਨਾ ਹੋਰ ਕਿਤੇ ਵੀ ਨਹੀਂ ਹੈ। ਅਗਰ ਕਿਸੇ ਹਿੰਦੂ ਨੂੰ ਪੁੱਛਿਆ ਜਾਏ ਜਾਂ ਹਿੰਦੀ ਸਾਹਿਤਕਾਰ ਨੂੰ ਪੁੱਛਿਆ ਜਾਏ ਕਿ ਤੁਸੀਂ ਸ਼ਿਵਾਜੀ ਬਾਰੇ ਕੀ ਜਾਣਦੇ ਹੋ, ਰਾਣਾ ਪ੍ਰਤਾਪ ਬਾਰੇ ਕੀ ਜਾਣਦੇ ਹੋ, ਲక్ష్ਮੀ ਬਾਈ ਦੇ ਬਾਰੇ ਕੀ ਜਾਣਦੇ ਹੋ, ਉਹਨਾਂ ਦਾ ਵੀ ਨਹੀਂ ਪਤਾ ਹੈ। ਹੁਣ ਮੈਂ ਜਦੋਂ ਜ਼ਿਆਦਾ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੈਂ ਦੇਖਿਆ ਸ਼ਿਵਾਜੀ ਦੇ ਪੁਰੰਦਰ ਦੀ ਸੰਧੀ, ਜਿਹਦੇ ਵਿੱਚ ਉਹਨਾਂ ਨੇ 36 ਕਿੱਲੇ 'ਚ 23 ਕਿੱਲੇ ਇਹਨਾਂ ਦਾ ਮੁਗਲਾਂ ਨੇ ਦੇ ਦਿੱਤੇ। ਔਰ ਇਸ ਤਰ੍ਹਾਂ ਦਾ ਇਤਿਹਾਸ ਦੇਖ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਮੈਂ ਕਿਹਾ ਕਿ ਇਸ ਤਰ੍ਹਾਂ ਦੇ ਸਾਡੇ ਜਿਹੜੇ ਰਾਜਾ ਮਹਾਰਾਜਾ ਹੈਗੇ ਨੇ ਹਿੰਦੁਸਤਾਨ ਦੇ, ਜਿਹਨੂੰ ਅਸੀਂ ਹਿੰਦੂ ਇਤਿਹਾਸ ਦੇ ਆਈਕਨ ਕਹਿੰਦੇ ਹਾਂ, ਉਹ ਇਹਨਾਂ ਦਾ ਆਪਣਾ ਹੀ ਕਿਲਾ ਨਹੀਂ ਜਿੱਤ ਪਾਏ। ਤੇ ਆਪਣੇ ਬੰਦਾ ਬਹਾਦਰ ਹੋ ਗਏ, ਆਪਣੇ ਮਹਾਰਾਜਾ ਰਣਜੀਤ ਸਿੰਘ ਹੋ ਗਏ, ਬਾਬਾ ਬਘੇਲ ਸਿੰਘ ਹੋ ਗਏ, ਇਹ ਤਾਂ ਕੋਈ ਰਾਜ ਪਰਿਵਾਰ ਤੋਂ ਵੀ ਨਹੀਂ ਸੀਗੇ ਜੀ ਜੀ। ਔਰ ਉਹਨਾਂ ਨੇ ਕਿਹਨਾਂ ਦਾ ਦਿੱਲੀ ਦਾ ਲਾਲ ਕਿਲਾ, ਸਰਹੰਦ ਦਾ ਕਿਲਾ, ਲਾਹੌਰ ਦਾ ਕਿਲਾ ਉਹਨਾਂ ਨੇ ਜਿੱਤਿਆ। ਤੇ ਇੱਕ ਬਹੁਤ ਵੱਡੀ ਅਚੀਵਮੈਂਟ ਮੈਨੂੰ ਲੱਗਦਾ ਇੱਕ ਨੌਲੇਜ ਲੋਕਾਂ ਵਿੱਚ ਜਾਣੀ ਚਾਹੀਦੀ ਸੀ। ਤੋ ਖਾਸ ਕਰਕੇ ਹਿੰਦੂ ਇਤਿਹਾਸਕਾਰ ਜਿਹੜੇ ਕੇਵਲ ਇਹੋ ਹੀ ਗੱਲਾਂ ਕਰਦੇ ਸੀਗੇ ਕਿ ਸਿੱਖ ਕੇਵਲ ਤਲਵਾਰ ਚਲਾਉਣਾ ਹੀ ਜਾਣਦੇ ਨੇ, ਮਰਨਾ ਔਰ ਮਾਰਨਾ ਜਾਣਦੇ ਨੇ, ਇਹਦੇ ਇਲਾਵਾ ਨਹੀਂ। ਤੇ ਮੈਨੂੰ ਲੱਗਿਆ ਕਿ ਇੱਕ ਜਿਹੜਾ ਬਹੁਮੁਖੀ ਪ੍ਰਤਿਭਾ ਸਾਡੇ ਸਿੱਖਾਂ ਵਿੱਚ ਹੈਗੀ ਹੈ। ਸਾਡੇ ਸਿੱਖਾਂ ਵਿੱਚ ਅਹਿੰਸਕ ਯੁੱਧ ਵੀ ਅਸੀਂ ਲੋਕਾਂ ਨੇ ਜਿੱਤਿਆ ਹੈ, ਜਿਹੜਾ ਅੱਜ ਤੱਕ ਕੋਈ ਅਹਿੰਸਕ ਯੁੱਧ ਜਿੱਤਿਆ ਹੋਇਆ ਕੋਈ ਪ੍ਰਮਾਣਿਕ ਰੂਪ 'ਚ ਅਗਰ ਪੁੱਛਿਆ ਜਾਵੇ ਕੋਈ ਦੱਸ ਨਹੀਂ ਸਕਦਾ। ਤਲਵਾਰਾਂ ਦੇ ਦਮ 'ਤੇ ਵੀ ਕੋਈ ਜਿੱਤਿਆ ਹੋਵੇ ਇਸ ਤਰ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ। ਜੇ ਅਸੀਂ ਰਾਣਾ ਪ੍ਰਤਾਪ ਦਾ ਦੇਖੀਏ, ਲక్ష్ਮੀ ਬਾਈ ਦਾ ਦੇਖੀਏ, ਇਹ ਆਪਣਾ ਹੀ ਕਿਲਾ ਨਹੀਂ ਜਿੱਤ ਪਾਏ ਜੀ। ਬਿਲਕੁਲ ਬਿਲਕੁਲ। ਤੇ ਮੈਨੂੰ ਕਿਹਨਾਂ ਦਾ ਲੱਗਿਆ ਕਿ ਇਹ ਇਸ ਤਰ੍ਹਾਂ ਦੀ ਆਪਣੀ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੂੰ ਇਕੱਠੀ ਇੱਕ ਜਗ੍ਹਾ ਕਰਨੀ ਚਾਹੀਦੀ ਹੈ, ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਤੇ ਇਸ ਕਰਕੇ ਮੈਂ ਆਹ ਕਿਤਾਬ ਲਿਖੀ। ਮੇਰੀ ਪ੍ਰੇਰਣਾ ਇਹ ਸੀਗੀ ਜੀ। ਬਿਲਕੁਲ ਆਪ ਜੀ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਇੱਕ ਸਿੱਖ ਇਤਿਹਾਸ ਤੋਂ ਇਲਾਵਾ ਜਿੰਨੇ ਵੀ ਰਾਜੇ ਰਜਵਾੜੇ ਹੋਏ ਨੇ ਉਹਨਾਂ ਦੀ ਅਯਾਸ਼ੀ ਦੀਆਂ ਵੀ ਜਿਹੜੀਆਂ ਕਹਾਣੀਆਂ ਸੁਣਨੀ ਚਾਹੁੰਦੀਆਂ ਨੇ। ਲੇਕਿਨ ਸਿੱਖ ਜਿਹੜੇ ਹੋਏ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਣ, ਬਾਬਾ ਬੰਦਾ ਸਿੰਘ ਬਹਾਦਰ ਹੋਣ, ਔਰ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹ ਸਲਾਰ ਰਹੇ ਨੇ ਹਰੀ ਸਿੰਘ ਨਲਵਾ, ਜਿਨ੍ਹਾਂ ਦਾ ਇਤਿਹਾਸ ਗਵਾਇਆ ਜੀ ਕਿ ਖੈਬਰ ਦੀ ਜਾਈ ਪਹਾੜੀਆਂ 'ਤੇ ਜਾ ਕੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਚਲਾਇਆ ਸੀ। ਅਮਰੀਕਾ ਵੀ ਅੱਜ ਤੱਕ ਉੱਥੇ ਜਾ ਕੇ ਜਿੱਤ ਨਹੀਂ ਪਾ ਸਕਿਆ, ਜਿੱਥੇ ਸਿੱਖ ਸਿਪਾਹ ਸਲਾਰ ਜਿਨ੍ਹਾਂ ਨੇ ਜਾ ਕੇ ਸਿੱਖਾਂ ਨੇ ਆਪਣੇ ਝੰਡੇ ਗੱਡੇ ਨੇ। ਵੀਰ ਜੀ ਇਹ ਤੁਹਾਨੂੰ ਮਤਲਬ ਹਿੰਦੀ 'ਚ ਲਿਖਣ ਦੀ ਪ੍ਰੇਰਣਾ ਕੁਝ ਖਾਸ ਰੀਜ਼ਨ ਸੀਗਾ, ਜਾਂ ਤੁਸੀਂ ਮਤਲਬ ਪੰਜਾਬੀ ਤੋਂ ਜਾਣੂ ਨਹੀਂ ਹੋ, ਗੁਰਮੁਖੀ ਲਿਪੀ ਤੋਂ, ਜਾਂ ਕੀ ਕਾਰਨ ਸੀਗਾ ਸਿਰਫ ਹਿੰਦੀ 'ਚ ਕਰਨ ਦਾ? ਮੈਂ ਬੜੇ ਘੱਟ ਪੰਜਾਬ 'ਚ ਗਿਆ, ਮੱਥਾ ਟੇਕਣ ਵੀ ਬੜੀ ਘੱਟ ਗਿਆ। ਮੇਰੇ ਖਿਆਲ 'ਚ ਆਪਣੇ ਪੂਰੇ ਲਾਈਫ 'ਚ ਮੇਰੇ ਖਿਆਲ 'ਚ ਅਗਰ ਮੇਰੀ 60 ਸਾਲ ਦੀ ਉਮਰ ਹੈਗੀ ਹੈ ਤਾਂ ਮੈਂ ਮੇਰੇ ਖਿਆਲ 'ਤੇ 30 ਵਾਰੀ ਵੀ ਮੱਥਾ ਟੇਕਣ ਨਹੀਂ ਗਿਆ ਹੋਵਾਂਗਾ। ਅਤੇ ਮੈਂ ਤਾਂ ਉਸ ਧਰਤੀ ਤੋਂ ਬਹੁਤ ਦੂਰ ਰਿਹਾ ਹੀ ਹਾਂ। ਅਤੇ ਮੈਨੂੰ ਲੱਗਿਆ ਕਿ ਇਹ ਚੀਜ਼ਾਂ ਲੋਕਾਂ ਨੂੰ ਤੱਕ ਜਾਣੀ ਚਾਹੀਦੀ ਕਿ ਸਿੱਖਾਂ ਦੀ ਜਿਹੜਾ ਇਤਿਹਾਸ ਕੀ ਹੈ, ਉਹ ਧਰਤੀ ਦਾ ਕੀ ਕਮਾਲ ਹੈਗਾ। ਕਿ ਤੁਸੀਂ ਜੈਸਾ ਹਰੀ ਸਿੰਘ ਨਲਵਾ ਦੀ ਗੱਲ ਕੀਤੀ, ਹਰੀ ਸਿੰਘ ਨਲਵਾ ਨੇ ਜਮਰੌਦ ਦਾ ਕਿਲਾ ਬਣਾਇਆ। ਅਗਰ ਉਹ ਜਮਰੌਦ ਦਾ ਕਿਲਾ ਨਹੀਂ ਬਣਿਆ ਹੁੰਦਾ ਤਾਂ ਅੱਜ ਵੀ ਉੱਧਰੋਂ ਹੀ ਲੋਕਾਂ ਨੇ ਆ ਕੇ ਹਿੰਦੁਸਤਾਨ 'ਤੇ ਪਰ ਅਟੈਕ ਕਰਨਾ ਸੀ। ਉਹ ਸੀਗੇ ਇੱਕ ਹਿੰਦੁਸਤਾਨ ਨੂੰ ਦੇਣ ਸੀਗੀ ਉਹਨਾਂ ਦੀ ਕਿ ਉਹਦੇ ਬਾਅਦ ਤੋਂ ਕੋਈ ਅਟੈਕ ਹਿੰਦੁਸਤਾਨ 'ਚ ਨਹੀਂ ਹੋਇਆ ਉਸ ਕਿਲੇ ਤੋਂ, ਉਸ ਰਸਤੇ ਤੋਂ, ਜਿਹੜਾ ਖੈਬਰ ਦਰੇ ਦਾ ਰਸਤਾ ਸੀਗਾ ਉੱਧਰੋਂ ਹੀ ਆਉਂਦੇ ਸੀਗੇ। ਅਤੇ ਉਹ ਇੱਕ ਬੜੀ ਵੱਡੀ ਦੇਣ ਹੈ। ਹੋਰ ਲੋਕਾਂ ਨੂੰ ਪਤਾ ਵੀ ਨਹੀਂ ਹੈ, ਆਪਣੇ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਪਤਾ। ਮੈਂ ਕਿਹਾ ਜਦੋਂ ਤੱਕ ਇਹ ਕਿਤਾਬ ਨਹੀਂ ਇਸ ਤਰ੍ਹਾਂ ਦੀ ਜਾਣਗੀਆਂ ਲੋਕਾਂ ਤੱਕ, ਲੋਕੀ ਪੜ੍ਹਨਗੇ ਨਹੀਂ ਅਤੇ ਲੋਕਾਂ ਨੂੰ ਪਤਾ ਨਹੀਂ ਚੱਲੇਗਾ। ਅਤੇ ਹੋਰ ਇਹ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ, ਅਤੇ ਆਪਣੀ ਕੋਸ਼ਿਸ਼ ਤਾਂ ਇਹ ਵੀ ਹੈਗੀ ਹੈ ਕਿ ਅਸੀਂ ਪੰਜਾਬੀ 'ਚ ਵੀ ਕਰਾਂ ਮੈਂ,
ਹਿੰਦੀ ਤਾਂ ਹੈ ਹੀ ਹੈ, ਇੰਗਲਿਸ਼ ਵੀ ਕਰਨ ਨਾਲ ਡਿਫਰੈਂਟ ਜਿਹੜੀ ਭਾਸ਼ਾਵਾਂ ਹੈਗੀਆਂ ਨੇ, ਬੰਗਲਾ ਹੋ ਗਈ, ਮਰਾਠਾ ਹੋ ਗਈ, ਕਰਨਾਟਕ ਦੀ ਹੋ ਗਈ, ਸਾਊਥ ਸਾਰੇ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ, ਮੇਰੀ ਇਹ ਸੋਚ ਹੈਗੀ ਹੈ। ਤੇ ਅਜੇ ਤਾਂ ਮੈਂ ਹਿੰਦੀ 'ਚ ਲੱਗਿਆ, ਬਾਕੀ ਦੇਖਦੇ ਕਿੰਨੀ ਇਹ ਲੋਕਾਂ 'ਚ ਐਕਸੈਪਟੈਂਸ ਲੈਂਦੀ ਹੈ, ਉਹਦੇ ਬਾਅਦ ਸੋਚਾਂ। ਮਤਲਬ ਹਾਲੇ ਸਿਰਫ ਹਿੰਦੀ 'ਚ ਹੀ ਤੁਸੀਂ ਲਿਖਿਆ ਹੈ? ਅਜੇ ਹਿੰਦੀ 'ਚ ਲਿਖੀ। ਤੇ ਤੁਸੀਂ ਜਿਹੜੀ ਜ਼ਿਕਰ ਕੀਤਾ ਕਿ ਮਰਾਠਾ, ਬੰਗਾਲੀ, ਕਰਨਾਟਕੀ, ਜਿਹੜੀ ਕੰਨੜ ਲੈਂਗੁਏਜ, ਇਹ ਲੈਂਗੁਏਜ ਤੁਸੀਂ ਸਾਰੀਆਂ ਜਾਣਦੇ ਹੋ ਆਪ? ਨਹੀਂ, ਮੈਂ ਬੰਗਲਾ ਜਾਣਦਾ, ਅਸਮੀਆ ਜਾਣਦਾ, ਇਹਦੇ ਇਲਾਵਾ ਮੈਂ ਹੋਰ ਤਾਂ ਨਹੀਂ ਜਾਣਦਾ। ਮਗਰ ਮੇਰੀ ਇੱਛਾ ਹੈਗੀ ਕਿ ਹਰ ਇੱਕ ਭਾਸ਼ਾ ਵਿੱਚ ਸਿੱਖ ਇਤਿਹਾਸ ਜਾਣਕਾਰੀ ਲੋਕਾਂ ਨੂੰ ਮਿਲਣੀ ਚਾਹੀਦੀ। ਇੰਗਲਿਸ਼ ਵਿੱਚ ਵੀ ਲਿਖੀ ਤੁਸੀਂ ਹਾਲੇ? ਨਹੀਂ, ਅਜੇ ਨਹੀਂ। ਹਾਲੇ ਸਿਰਫ ਹਿੰਦੀ ਵਿੱਚ ਹੀ ਹੈ? ਹਿੰਦੀ 'ਚ ਜੀ ਜੀ। ਹੋਰ ਇਸ ਤੋਂ ਬਾਅਦ ਤੁਹਾਡੀ ਅੱਗੋਂ ਕੀ ਪਲੈਨਿੰਗ ਹੈ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਚਾਨਣ ਪਾਓ। ਮੇਰੀ ਇੱਕ ਹੋਰ ਕਿਤਾਬ ਤਿਆਰੀ ਹੈਗੀ ਹੈ ਕਿ ਐਵਰੀ ਡੇ ਜੇ ਸਿੱਖ ਹਿਸਟੋਰੀਕਲ ਡੇ ਦੇ ਨਾਂ ਤੋਂ ਹੋਏਗੀ, ਕਿ ਹਰ ਦਿਨ ਸਿੱਖਾਂ ਦਾ ਇਤਿਹਾਸ ਹੈ। ਅਸੀਂ ਜੇ 365 ਦਿਨ ਦਾ ਇਤਿਹਾਸ ਦੇਖਾਂਗੇ ਤਾਂ ਹਰ 365 ਦਿਨ ਵਿੱਚ ਸਿੱਖਾਂ ਦੇ 5-5 6-6 ਇਸ ਤਰ੍ਹਾਂ ਦੇ ਕਾਰਨਾਮੇ ਹੈਗੇ ਨੇ ਜੇ ਦੇਸ਼, ਧਰਮ ਔਰ ਸਮਾਜ ਵਾਸਤੇ ਸਮਰਪਿਤ ਹੈਗੇ ਨੇ। ਜੇ ਆਪਣੇ ਵਾਸਤੇ ਤਾਂ ਹਰ ਕੋਈ ਜਿੰਦਾ ਹੈ, ਮਗਰ ਇਸ ਬੁੱਕ ਵਿੱਚ ਵੀ ਮੈਂ ਦੇਸ਼, ਧਰਮ ਔਰ ਸਮਾਜ ਨੂੰ ਸਮਰਪਿਤ ਜਿਹੜੀ ਘਟਨਾਵਾਂ ਨੇ ਜਾਂ ਉਹਨਾਂ ਨੂੰ ਸਮਰਪਿਤ ਜਿਹੜੀ ਕਿ ਨਾ ਯੋਗਦਾਨ ਹੈਗਾ ਸਿੱਖਾਂ ਦਾ, ਉਹਨੂੰ ਮਿਲ ਲਿਆ ਹੈ। ਅਤੇ ਇਸ ਤਰ੍ਹਾਂ ਕਰਕੇ ਉਸ ਕਿਤਾਬ 'ਚ ਵੀ ਮੇਰੀ ਇਹੀ ਕੋਸ਼ਿਸ਼ ਹੋਏਗੀ ਕਿ ਐਵਰੀ ਡੇ ਜੇ ਸਿੱਖ ਹਿਸਟੋਰੀਕਲ ਡੇ ਕਰਕੇ ਅਤੇ ਉਹ ਹਰ ਦਿਨ ਜਿਹੜੀ ਸਿੱਖਾਂ ਦੀ ਇਤਿਹਾਸਿਕ ਘਟਨਾਵਾਂ, ਉਹਦੇ ਮੈਂ ਗੁਰੂਆਂ ਦਾ ਨਹੀਂ ਅਜੇ ਲਿਆ ਹੈ, ਅਜੇ ਤਾਂ ਮੈਂ ਇਤਿਹਾਸਿਕ ਲਿਆ ਹੈ। ਅਤੇ ਮੇਰੀ ਇਹ ਕੋਸ਼ਿਸ਼ ਹੈਗੀ ਹੈ। ਇੱਕ ਹੋਰ ਹੈਗੀ ਹੈ ਕਿ ਜਿਹੜਾ ਲੋਕਾਂ ਨੇ ਇਹ ਫੈਲਾਇਆ ਹੋਇਆ ਹੈਗਾ ਜੀ ਕਿ ਸਿੱਖ ਅਤੇ ਜੀ ਕੇਵਲ ਮੁਸਲਮਾਨਾਂ ਨਾਲ ਕੇਵਲ ਲੜਨ ਵਾਸਤੇ ਹੈ, ਤਾਂ ਮੈਂ ਸਿੱਖਾਂ ਦੀ ਔਰ ਮੁਸਲਮਾਨਾਂ ਦੀ ਸਾਂਝੀਵਾਲਤਾ ਦੇ ਉੱਪਰ ਵੀ ਇੱਕ ਮੈਂ ਲਿਖਣਾ ਚਾਹੁੰਦਾ। ਜੇ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਦੇ ਨਾਲ ਸੀਗੇ ਅਤੇ ਗੁਰੂ ਗੋਬਿੰਦ ਸਿੰਘ ਪੀਰ ਬੁੱਧੂ ਸ਼ਾਹ ਦੇ ਨਾਲ ਵੀ ਸੀਗੇ, ਅਤੇ ਉਹਨਾਂ ਨੇ ਕਦੀ ਫਰਕ ਨਹੀਂ ਪਾਇਆ, ਅਤਿਆਚਾਰ ਦੇ ਖਿਲਾਫ ਕੀਤਾ, ਭਾਵੇਂ ਅਤਿਆਚਾਰ ਕਿਸੇ ਦਾ ਵੀ ਰਿਹਾ। ਅਤਿਆਚਾਰ ਸਿੱਖ ਵੀ ਕਰ ਸਕਦਾ, ਹਿੰਦੂ ਵੀ ਕਰ ਸਕਦਾ, ਮੁਸਲਮਾਨ ਵੀ ਕਰ ਸਕਦਾ, ਕ੍ਰਿਸਚਨ ਜਿਹੜੇ ਕਹਿੰਦੇ। ਅਤੇ ਸਾਡੇ ਜਿਹੜੀ ਕਹਿੰਦਾ ਵਿਰੋਧ ਸੀਗਾ ਗੁਰੂਆਂ ਦਾ ਜਾਂ ਸਿੱਖਾਂ ਦਾ, ਅਤੇ ਅਤਿਆਚਾਰ ਦੇ ਅਨਿਆਏ ਦੇ ਖਿਲਾਫ ਸੀਗਾ, ਅਤੇ ਉਸ ਬੇਸਿਸ ਨੂੰ ਲੈ ਕੇ ਮੈਂ ਕਹਿੰਦਾ। ਬਿਲਕੁਲ ਵੀਰ ਜੀ, ਆਪ ਜੀ ਨੇ ਠੀਕ ਕਿਹਾ ਹੈ, ਕਿਉਂਕਿ ਇਤਿਹਾਸ ਸਾਡਾ ਗਵਾਹ ਹੈ ਕਿ ਇੱਕ ਸਿੱਖ ਔਰ ਮੁਸਲਿਮ ਭਾਈਚਾਰਾ ਜਿਹੜਾ ਹੈ ਉਹਨਾਂ ਦੀ ਸਾਂਝੀਵਾਲਤਾ ਦੇ ਬੜੇ ਸਾਰੇ ਸਬੂਤ ਹੈਗੇ ਨੇ, ਲੇਕਿਨ ਉਹ ਕੁਛ ਜਿਹੜੇ ਇਤਿਹਾਸਕਾਰਾਂ ਦੇ ਕਰਕੇ ਗਲਤ ਜਿਹੜਾ ਉਹਨਾਂ ਨੇ ਫੈਲਾਇਆ ਕਿ ਵਾਕਈ ਇਹਦੇ 'ਚ ਦੋਫਾੜ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਜੋ ਆਪ ਜੀ ਨੇ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਫਿਰ ਬਹੁਤ ਜਲਦ ਆਪ ਜੀ ਦੇ ਨਾਲ ਫਿਰ ਮਿਲਾਂਗੇ। ਆਪ ਜੀ ਦੀ ਨਵੀਂ ਜਦ ਕਿਤਾਬ ਆਉਂਦੀ ਤਾਂ ਫਿਰ ਬਹੁਤ ਜਲਦ ਮਿਲਾਂਗੇ। ਠੀਕ ਹੈ ਜੀ, ਧੰਨਵਾਦ। ਸੋ ਇਹ ਸਨ ਜਗਦੀਸ਼ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜਿਹੜੀ ਇੱਕ ਇਤਿਹਾਸ 'ਤੇ ਕਿਤਾਬ ਲਿਖੀ ਹੈ ਹਿੰਦੀ ਦੇ ਵਿੱਚ, ਜੋ ਅਸੀਂ ਆਪਣੇ ਤੁਹਾਨੂੰ ਇਸ ਚੈਨਲ ਦੇ ਆਪਣੀ ਸਕਰੀਨ 'ਤੇ ਵੀ ਦਿਖਾ ਰਹੇ ਹਾਂ। ਔਰ ਇਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਦੂਜੀਆਂ ਭਾਸ਼ਾਵਾਂ ਜਿਹੜੀਆਂ ਨੇ ਇਹ ਚਾਹਣਗੇ ਕਿ ਉਹਦੇ ਵਿੱਚ ਵੀ ਇਹ ਆਉਣ, ਇੰਗਲਿਸ਼ ਵਿੱਚ ਵੀ ਆਉਣ, ਤਾਂ ਕਿ ਦੁਨੀਆ ਵਿੱਚ ਜਿਹੜੀ ਸਿੱਖ ਇਤਿਹਾਸ ਹੈ, ਜੋ ਕਿ ਇੱਕ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਣਾ ਚਾਹੀਦਾ ਸੀ, ਜਿਹੜਾ ਕਿ ਨਹੀਂ ਪਹੁੰਚ ਸਕਿਆ, ਉਹਨੂੰ ਹੋਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਏ। ਕੰਮ 'ਚ ਕਰਨੇ ਚਾਹੀਦੇ ਸਨ ਸਾਡੇ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ, ਲੇਕਿਨ ਇੱਕ ਇਤਿਹਾਸਕਾਰ ਕਰ ਰਹੇ ਨੇ, ਬਹੁਤ ਵੱਡੀ ਗੱਲ ਹੈ। ਸੋ ਅਸੀਂ ਚਾਹਾਂਗੇ ਕਿ ਇਹੋ ਜਿਹੇ ਹੋਰ ਵੀ ਜਿਹੜੇ ਇਤਿਹਾਸਕਾਰ ਨੇ ਜਿਹੜੇ ਕਿ ਆਪਣੀ ਕਲਮ ਰਾਹੀਂ ਚਾਹੁੰਦੇ ਨੇ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਇਤਿਹਾਸ ਕੀ ਹੈ, ਸਾਡੇ ਨਾਲ ਰਾਬਤਾ ਕਰਨ। ਅਸੀਂ ਆਪਣੇ ਚੈਨਲ ਰਾਹੀਂ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਫਿਲਹਾਲ ਵਰਲਡ ਸਿੱਖ ਅਪਡੇਟਸ ਦੀ ਟੀਮ ਨੂੰ ਇੱਥੇ ਹੀ ਇਜਾਜ਼ਤ ਦਿਓ। ਬਹੁਤ ਜਲਦ ਆਪ ਜੀ ਦੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ। ਫਿਲਹਾਲ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।